Hello students, we are here with our next video, that is for class 8, chapter 4, materials, metals and non-metals, Padarth, Tata ਅਤੇ ਅਤੱਤ. I will try to discuss this chapter in bilingual, that is both in Punjabi as well as in English. ठीक है बेटा? As you will see that we have all the content in both the languages, that is Punjabi and Hindi. So now we will proceed with our first question. So students, our first question, first in Punjabi. ਹੇਠ ਲਿਖਿਆ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ? ਠੀਕ ਹੈ ਬੇਟਾ, ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ, ਜ਼ਿੰਕ, ਫਾਸਫੋਰਸ, ਸਲਫਰ, ਆਕਸੀਜਨ। ਇਹਨਾਂ ਚਾਰਾਂ ਦੇ ਵਿੱਚੋਂ ਕਿਹਨੂੰ ਕੁੱਟ ਕੇ ਚਾਦਰਾਂ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ, ਪਰਿਵਰਤਿਤ ਕੀਤਾ ਜਾ ਸਕਦਾ ਹੈ? ਤਾਂ ਤੁਹਾਨੂੰ ਪਤਾ ਹੈ ਕਿ ਜ਼ਿੰਕ ਜਿਹੜੀ ਹੈਗੀ ਹੈ ਇਕੱਲੀ ਉਹੀ ਇਹਨਾਂ ਚੋਂ ਧਾਤ ਹੈ, ਬਾਕੀ ਸਾਰੀਆਂ ਦੀਆਂ ਸਾਰੀਆਂ ਕੀ ਨੇ, ਅਧਾਤਾਂ ਨੇ। ਤਾਂ ਧਾਤਾਂ ਦਾ ਗੁਣ ਹੁੰਦਾ ਹੈ ਕਿ ਆਪਾਂ ਉਹਨਾਂ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕਰ ਸਕਦੇ ਹਾਂ। ਤਾਂ ਇਹਦਾ ਉੱਤਰ ਕੀ ਹੈ? ਜ਼ਿੰਕ। Which of the following can be bitten into thin sheets? ਇਹਨਾਂ ਦੇ ਵਿੱਚੋਂ ਕਿਹਨੂੰ ਅਸੀਂ thin sheets ਬਣਾ ਸਕਦੇ ਹਾਂ? ਜ਼ਿੰਕ, ਸਲਫਰ, ਫਾਸਫੋਰਸ, ਆਕਸੀਜਨ। ਸੋ ਆਨਸਰ ਇਜ਼ ਜ਼ਿੰਕ। ਕਿਉਂ? ਇਹ ਆਪਾਂ ਦੱਸ ਹੀ ਚੁੱਕੇ ਆ, ਕਿਉਂਕਿ ਜ਼ਿੰਕ ਜਿਹੜੀ ਹੈਗੀ ਇੱਕ ਮੈਟਲ ਹੈਗੀ ਜਿਹਦੇ ਕੋਲ ਮੈਲੇਬਲ ਤੇ ਡਕਟਾਈਲ ਹੁੰਦੀ ਹੈ, ਜਿਹੜੀ ਕਿ ਕੁੱਟਣਯੋਗ ਤੇ ਖਿੱਚਣਯੋਗ ਹੁੰਦੀ ਹੈ। ਤੇ ਫਾਸਫੋਰਸ, ਸਲਫਰ ਤੇ ਆਕਸੀਜਨ ਜਿਹੜੀਆਂ ਹੁੰਦੀਆਂ ਨੇ ਉਹ ਨੌਨ ਮੈਟਲ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕੁੱਟ ਕੇ ਤੁਹਾਡੇ ਕੋਲ ਚਾਦਰਾਂ ਵੀ ਨਹੀਂ ਬਣਾ ਸਕਦੇ ਤੇ ਨਾ ਹੀ ਉਹਨਾਂ ਨੂੰ ਖਿੱਚ ਕੇ ਅਸੀਂ ਉਹਨਾਂ ਦੀਆਂ ਤਾਰਾਂ ਬਣਾ ਸਕਦੇ ਹਾਂ। ਠੀਕ ਹੈ ਬੇਟਾ? ਬੇਟਾ ਸੈਕਿੰਡ ਕੁਐਸਚਨ ਜਿਹੜਾ ਤੁਹਾਡੇ ਕੋਲ ਹੈਗਾ, ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ? ਇਹਦਾ ਮਤਲਬ ਤਿੰਨ ਜਿਹੜੇ ਚਾਰ ਹੈ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਕਥਨ ਸਹੀ ਹੈ ਤੇ ਤਿੰਨ ਕਥਨ ਜਿਹੜੇ ਹੈਗੇ ਨੇ ਉਹ ਗਲਤ ਹੈ। ਠੀਕ ਹੈ? ਤਾਂ ਬੇਟਾ ਇਹ ਚ ਊੜਾ ਆਪਸ਼ਨ ਕੀ ਹੈ? ਸਾਰੀਆਂ ਧਾਤਾਂ ਖਿੱਚਣਯੋਗ ਹੁੰਦੀਆਂ ਹਨ। ਆੜਾ, ਸਾਰੀਆਂ ਅਧਾਤਾਂ ਖਿੱਚਣਯੋਗ ਹੁੰਦੀਆਂ ਨੇ। ਈੜੀ, ਆਮ ਤੌਰ ਤੇ ਧਾਤਾਂ ਖਿੱਚਣਯੋਗ ਹੁੰਦੀਆਂ ਹਨ। ਸੱਸਾ, ਕੁਝ ਅਧਾਤਾਂ ਖਿੱਚਣਯੋਗ ਹੁੰਦੀਆਂ ਹਨ। ਬੇਟਾ ਇਹਦੇ ਚ ਆਪਾਂ ਨੂੰ ਪਤਾ ਵੀ ਅਧਾਤਾਂ ਤਾਂ ਖਿੱਚਣਯੋਗ ਹੁੰਦੀਆਂ ਹੀ ਨਹੀਂ, ਇਹਦਾ ਮਤਲਬ ਆੜਾ ਤੇ ਸੱਸਾ ਤਾਂ ਗਲਤ ਹੈ। ਤੇ ਊੜੇ ਤੇ ਈੜੀ ਦੀ ਗੱਲ ਕਰੀਏ ਤਾਂ ਊੜੇ ਦੇ ਵਿੱਚ ਉਹਨੇ ਕਿਹਾ ਵੀ ਸਾਰੀਆਂ ਹੀ ਧਾਤਾਂ ਖਿੱਚਣਯੋਗ ਹੁੰਦੀਆਂ ਨੇ, ਸਾਰੀਆਂ ਨਹੀਂ ਹੁੰਦੀਆਂ। ਕੁਝ ਧਾਤਾਂ ਜਿਵੇਂ ਕਿ ਤੁਹਾਡੇ ਕੋਲ ਮਰਕਰੀ ਹੈ ਜਿਹੜੀ ਰੂਮ ਟੈਂਪਰੇਚਰ ਤੇ ਦਰਵ ਹੈ, ਤੇ ਜਿਹੜਾ ਤੁਹਾਡੇ ਕੋਲ ਸੋਡੀਅਮ ਵਗੈਰਾ ਜਿਹੜੇ ਕਿ ਈਜ਼ੀਲੀ ਨਾਈਫ ਨਾਲ ਕੱਟ ਹੋ ਜਾਂਦੇ ਨੇ, ਚਾਕੂ ਨਾਲ ਕੱਟੇ ਜਾਂਦੇ ਨੇ, ਉਹਨਾਂ ਨੂੰ ਵੀ ਆਪਾਂ ਖਿੱਚ ਨਹੀਂ ਸਕਦੇ ਹੈਗੇ, ਤਾਰਾਂ 'ਚ ਪਰਿਵਰਤਿਤ ਨਹੀਂ ਕਰ ਸਕਦੇ। ਤਾਂ ਇਹਦੇ ਵਿੱਚ ਤੁਹਾਡਾ ਉੱਤਰ ਕੀ ਹੈਗਾ? ਈਡੀ ਸਹੀ ਹੈ ਕਿ ਆਮ ਤੌਰ ਤੇ ਜਿਹੜੀਆਂ ਧਾਤਾਂ ਹੁੰਦੀਆਂ ਨੇ ਉਹ ਖਿੱਚਣਯੋਗ ਹੁੰਦੀਆਂ ਨੇ, ਆਮ ਤੌਰ ਤੇ ਧਾਤਾਂ ਖਿੱਚਣਯੋਗ ਹੁੰਦੀਆਂ ਨੇ। ਈਡੀ ਉੱਤਰ ਤੁਹਾਡਾ ਸਹੀ ਉੱਤਰ ਹੈ। So students, for English medium, second question, which of the following statement is correct? Option A, all metals are ductile, all non-metals are ductile. C option, generally metals are ductile. D, some non-metals are ductile. As explained earlier, generally metals are ductile, right? So option C is correct. So as we know that metals possesses a property of ductility. What do you mean by ductility? Ductility is that property where a substance can be drawn into thin wires. Ductility क्या होती है? जहाँ पे हम हमारी जो metals हैं उनको thin wires में convert कर सकते हैं, beat करके उनको thin wires में convert कर सकते हैं। तो हमने सारी नॉन मेटल्स को डक्टाइल क्यों नहीं कहा? क्योंकि हमारे पास कुछ एक मेटल्स हैं जो डक्टाइल नहीं है, एज मरकरी। मरकरी हमारी जो है डक्टाइल नहीं है, राइट? मेरा नेक्स्ट क्वेश्चन थर्ड, खाली थावा भरो। पहला पंजाबी मीडियम से डिस्कस कर रहे हैं आगे। ठीक है? फर्स्ट अपने को की है, फॉस्फोरस बहुत डैश अधात है। फॉस्फोरस की है एक क्रियाशील धात है, बहुत ज्यादा क्रियाशील धात है। तो पहली खाली स्थान ਦੇ ਵਿੱਚ ਕੀ ਆਊਗਾ? क्रियाशील। ठीक है? मेरा सेकंड ਤੁਹਾਡੇ ਕੋਲ ਕੀ ਹੈ? ਧਾਤਾਂ ਤਾਪ ਅਤੇ ਡੈਸ਼ ਦੀਆਂ ਡੈਸ਼ ਹੁੰਦੀਆਂ ਹਨ। ਧਾਤਾਂ ਤਾਪ ਅਤੇ ਡੈਸ਼ ਦੀਆਂ ਡੈਸ਼ ਹੁੰਦੀਆਂ ਹਨ। ਕੀ ਹੁੰਦੀਆਂ ਨੇ? ਤਾਪ ਅਤੇ ਬਿਜਲੀ ਦੀਆਂ ਕੀ ਹੁੰਦੀਆਂ ਨੇ? ਸੁਚਾਲਕ। ਸੋ ਪਹਿਲੀ ਜਿਹੜੀ ਤੁਹਾਡੇ ਕੋਲ ਫਿਲਅਪ ਹੈ ਖਾਲੀ ਥਾਂ ਹੈ ਉਹਦੇ ਵਿੱਚ ਕੀ ਆਊਗਾ? ਬਿਜਲੀ। ਤੇ ਦੂਸਰਾ ਤੁਹਾਡੇ ਕੋਲ ਕੀ ਆਊਗਾ? ਸੁਚਾਲਕ। ਠੀਕ ਹੈ? ਤੀਸਰਾ ਤੁਹਾਡੇ ਕੋਲ ਕੀ ਹੈ? ਆਇਰਨ ਕਾਪਰ ਨਾਲੋਂ ਡੈਸ਼ ਕਿਰਿਆਸ਼ੀਲ ਹੈ। ਕਿਰਿਆਸ਼ੀਲਤਾ ਲੜੀ ਆਪਾਂ ਨੇ ਪੜ੍ਹੀ ਹੋਈ ਹੈ, ਤਾਂ ਆਇਰਨ ਜਿਹੜੀ ਹੈਗਾ ਉਹ ਕਾਪਰ ਦੇ ਨਾਲੋਂ ਵੱਧ ਕਿਰਿਆਸ਼ੀਲ ਹੈ। ਠੀਕ ਹੈ? ਕਾਪਰ ਦੇ ਨਾਲੋਂ ਵੱਧ ਕਿਰਿਆਸ਼ੀਲ ਹੈ। ਕਿਰਿਆਸ਼ੀਲਤਾ ਲੜੀ ਦੇ ਵਿੱਚ ਆਇਰਨ ਪਹਿਲਾਂ ਆਉਂਦਾ ਤੇ ਕਾਪਰ ਬਾਅਦ ਚੋਂ ਆਉਂਦਾ ਹੈ।
ਤਾਂ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਕਿਰਿਆਸ਼ੀਲਤਾ ਲੜੀ ਦੇ ਵਿੱਚ ਉੱਪਰ ਤੋਂ ਹੇਠਾਂ ਜਾਂਦੇ ਤਾਂ ਕਿਰਿਆਸ਼ੀਲਤਾ ਘਟਦੀ ਹੈ। ਤਾਂ ਆਇਰਨ ਪਹਿਲਾਂ ਆਉਂਦਾ ਤੇ ਇਹਦਾ ਮਤਲਬ ਆਇਰਨ ਕੀ ਹੈ, ਵੱਧ ਕਿਰਿਆਸ਼ੀਲ ਹੈ। ਆਪਾਂ ਰਸਾਇਣਿਕ ਕਿਰਿਆਵਾਂ ਕਰਕੇ ਵੀ ਇਹਨੂੰ ਪ੍ਰੂਵ ਕੀਤਾ ਹੋਇਆ ਵੀ ਆਇਰਨ ਜਿਹੜਾ ਹੈਗਾ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਚੌਥਾ ਜਿਹੜਾ ਹੈਗਾ, ਧਾਤਾਂ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਕੇ ਡੈਸ਼ ਗੈਸ ਬਣਾਉਂਦੀਆਂ। ਧਾਤਾਂ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਕੇ ਕਿਹੜੀ ਗੈਸ ਬਣਾਉਂਦੀਆਂ ਨੇ, ਹਾਈਡਰੋਜਨ। ਠੀਕ ਹੈ, ਇਹ ਆਪਾਂ ਕਿਰਿਆ ਵੀ ਕਰਦੇ ਆ ਵੀ ਜਦੋਂ ਧਾਤਾਂ ਦੀ ਤੇਜ਼ਾਬ ਨਾਲ ਕਿਰਿਆ ਕਰਦੇ ਆ ਤਾਂ ਹਾਈਡਰੋਜਨ ਗੈਸ ਪੈਦਾ ਹੁੰਦੀ ਹੈਗੀ। ਹਾਈਡਰੋਜਨ ਦਾ ਟੈਸਟ ਵੀ ਆਪਾਂ ਕਰਦੇ ਆ, ਜਦੋਂ ਹਾਈਡਰੋਜਨ ਗੈਸ ਨਿਕਲਦੀ ਹੈ ਤਾਂ ਜਦੋਂ ਉਸ ਦੇ ਕੋਲ ਆਪਾਂ ਜਿਹੜੀ ਗੈਸ ਨਿਕਲਦੀ ਹੈ ਜੇ ਉਹਦੇ ਕੋਲ ਬਰਨਿੰਗ ਚੱਲਦੀ ਹੋਈ ਮਾਚਿਸ ਦੀ ਤੀਲੀ ਲੈ ਕੇ ਆਈਏ ਤਾਂ ਪਟ ਪਟ ਪੌਪ ਸਾਊਂਡ ਆਉਂਦੀ ਹੈ। ਤਾਂ ਪੌਪ ਸਾਊਂਡ ਤੁਹਾਨੂੰ ਦੱਸਦੀ ਹੈ ਕਿ ਹਾਈਡਰੋਜਨ ਗੈਸ ਪੈਦਾ ਹੋਈ ਹੈਗੀ। ਨਾउ fill in the blanks for English medium students. Fill in the blanks. First, that is phosphorus is a very dash non-metal. phosphorus क्या है हमारी, a very reactive non-metal है। ठीक है, as we know कि phosphorus क्या है हमारी non-metal है and it's a very reactive non-metal। तो first option reactive। Second, metals are dash conductor of heat and dash। metals क्या होती हैं, dash good conductor। ठीक है, किस किस चीज की, heat as well as electricity। सो फर्स्ट ऑप्शन जो आएगी, फर्स्ट फिलअप में आपका आएगा गुड और सेकंड में आएगा इलेक्ट्रिसिटी। सी जो आपकी फिलअप है, आयरन इज डैश देन आयरन इज डैश रिएक्टिव देन कॉपर। आयरन कॉपर से मोर रिएक्टिव है, ज्यादा रिएक्टिव है। आयरन इज मोर रिएक्टिव देन कॉपर। तो आपकी थर्ड फिलअप में क्या आएगा, मोर। डी, मेटल्स रिएक्ट विद एसिड्स टू प्रोड्यूस डैश गैस। मेटल्स एसिड के साथ रिएक्ट करके क्या बनाते हैं, हाइड्रोजन गैस बनाती है। हाइड्रोजन गैस हमने अभी पीछे पंजाबी मीडियम में डिस्कस किया कि हाइड्रोजन गैस हमें डिटेक्ट होती है जब हम मुंह से बर्निंग मैस्टिक उसके पास लेके आते हैं तो पॉप साउंड आती है। पॉप साउंड डिटेक्ट करती है कि हमारी जो है जब जलती है हाइड्रोजन गैस तो पॉपिंग साउंड बताती है कि ये गैस जो है हमारी हाइड्रोजन गैस है। ओके, थर्ड क्वेश्चन अपने को की है, हेठ लिखे कथन ठीक ट्रू लिखना है जा गलत ਹਨ, ਫਾਲਸ। ट्रू ਜਾਂ ਫਾਲਸ ਆਪਾਂ ਨਹੀਂ ਦੱਸਣੇ ਆ। ਫਸਟ ਤੁਹਾਡੇ ਕੋਲ ਕੀ ਹੈਗਾ, ਊੜਾ ਆਮ ਤੌਰ ਤੇ ਅਧਾਤਾਂ ਤੇਜ਼ਾਬ ਨਾਲ ਕਿਰਿਆ ਕਰਦੀਆਂ ਹਨ। ਅਧਾਤਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਨੂੰ ਪਤਾ ਹੈ ਵੀ ਉਹ ਤੇਜ਼ਾਬ ਦੇ ਨਾਲ ਕਿਰਿਆ ਨਹੀਂ ਕਰਦੀਆਂ ਆਮ ਤੌਰ ਤੇ। ਤਾਂ ਜਿਹੜਾ ਇਹ ਆਪਸ਼ਨ ਹੈ ਇਹ ਤੁਹਾਡੇ ਕੋਲ ਕੀ ਹੈ, ਗਲਤ ਹੈ ਸਟੇਟਮੈਂਟ। ਠੀਕ ਹੈ, ਕਿਉਂਕਿ ਜਿਹੜੀਆਂ ਅਧਾਤਾਂ ਹੁੰਦੀਆਂ ਨੇ ਤੇਜ਼ਾਬ ਦੇ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਨਹੀਂ ਕਰ ਸਕਦੀਆਂ, ਇਸ ਕਰਕੇ ਕਹਿੰਦਾ ਉਹ ਕੀ ਹੈਗਾ, ਉਹਦੇ ਨਾਲ ਕਿਰਿਆ ਨਹੀਂ ਕਰਦੀਆਂ ਹੈਗੀਆਂ। ਤਾਂ ਗਲਤ ਹੈਗਾ ਇਹਦਾ ਉੱਤਰ। ਆੜਾ, सोडियम बहुत क्रियाशील धात है। अपन हुनी ਆਪਾਂ ਪਹਿਲਾਂ ਵੀ डिस्कस ਕੀਤਾ ਹੈ कि सोडियम एक बहुत क्रियाशील धात है। ਤਾਂ ਇਹ ਤੁਹਾਡੇ ਕੋਲ ਕੀ ਹੈ, ਠੀਕ ਹੈ, ट्रू है स्टेटमेंट। ठीक है, ईडी ਤੁਹਾਡੇ ਕੋਲ ਕੀ है, कॉपर जिंक सल्फेट ਦੇ ਘੋਲ ਵਿੱਚੋਂ जिंक विस्थापित करता है। कॉपर जिंक सल्फेट ਦੇ ਘੋਲ ਵਿੱਚੋਂ जिंक विस्थापित करता है। ਤਾਂ कॉपर ਜਿਹੜਾ ਹੈਗਾ जिंक ਦੇ ਨਾਲੋਂ ਘੱਟ ਕਿਰਿਆਸ਼ੀਲ ਹੈ। ठीक है, ਤੇ ਇੱਕ ਘੱਟ ਕਿਰਿਆਸ਼ੀਲ ਕਦੇ ਹੀ ਵੱਧ ਨੂੰ ਵਿਸਥਾਪਿਤ ਨਹੀਂ ਕਰ ਸਕਦਾ। ਤਾਂ ਇਹ ਜਿਹੜੀ ਸਟੇਟਮੈਂਟ ਹੈ ਤੁਹਾਡੀ ਕੀ ਹੈ, ਗਲਤ ਹੈ, ਫਾਲਸ ਹੈ। ਠੀਕ ਹੈ, ਸੱਸਾ, ਕੋਲੇ ਨੂੰ ਖਿੱਚ ਕੇ ਤਾਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਕੋਲਾ ਦੇਖੇ ਇਹ ਸਾਰੇ ਨੇ ਕਿ ਉਹਨੂੰ ਤੁਸੀਂ ਖਿੱਚ ਕੇ ਤਾਰਾ ਬਣਾ ਸਕਦੇ ਹੋਗੇ, ਨਹੀਂ ਬਣਾ ਸਕਦੇ। ਤਾਂ ਇਹ ਸਟੇਟਮੈਂਟ ਵੀ ਕੀ ਹੈ, ਗਲਤ ਹੈ। ਠੀਕ ਹੈ, क्वेश्चन 4, ट्रू और फॉल्स। मार्क ट्रू इफ द स्टेटमेंट इज ट्रू and F if the statement is false। D लिखना है अगर true के लिए, F लिखना है false के लिए, right? First we have generally non-metals react with acids। generally हमारी जो non-metals है वो acid के साथ react करती है, नहीं करती। क्यों नहीं करती बेटा, क्योंकि हमारी जो non-metals है they can't displace hydrogen from its acid। acid में से हाइड्रोजन को डिस्प्लेस नहीं कर सकती। तो जनरली हमारी जो non-metals है वो acid के साथ react नहीं करती। So it's a false statement, false आएगा इसका आंसर। B, सोडियम is a very reactive metal। ट्रू और फॉल्स, ट्रू स्टेटमेंट है। हमें पता है कि सोडियम तो इतना रिएक्टिव है कि हमारी नेचर की जो गैसेस है, एटमॉस्फेरिक गैसेस लाइक ऑक्सीजन, उसके साथ भी रिएक्ट करता है, इसीलिए तो हम उसको केरोसिन के अंदर डिप करके रखते हैं। फाइन। थर्ड सी पार्ट जो है हमारा, कॉपर डिस्प्लेसेस जिंक फ्रॉम जिंक सल्फेट सोल्यूशन। कॉपर जिंक को जिंक सल्फेट सोल्यूशन से डिस्प्लेस कर सकता है, नो, इट्स फॉल्स स्टेटमेंट। क्यों, क्योंकि कॉपर की जो रिएक्टिविटी है वो जिंक से कम है।
तो लेस रिएक्टिव कभी भी मूव को डिस्प्लेस नहीं कर सकता, सो इट्स अ फॉल्स स्टेटमेंट। डी, कोल कैन बी ड्रॉन इनटू वायर, कोल को हम वायर में बना सकते हैं, वायर बना सकते हैं उसको खींच कर, जो है आपका, ठीक है, आपका जो है इसके पास डक्टिलिटी की प्रॉपर्टी है नहीं है, ठीक है। अगर आप उसको क्या है, कोल जो है नेचर में ब्रिटल होता है, इसकी वायर्स बनाना पॉसिबल नहीं है, सो इट्स अ फॉल्स स्टेटमेंट। बेटा फोर्थ क्वेश्चन, चौथा क्वेश्चन ਜਿਹੜਾ ਆਪਣਾ ਹੈਗਾ, ਹੇਠਾਂ ਦਿੱਤੀ ਸਾਰਣੀ ਵਿੱਚ ਗੁਣਾ ਦੀ ਸੂਚੀ ਦਿੱਤੀ ਹੈ। ਗੁਣਾ ਦੀ ਸੂਚੀ ਜਿਵੇਂ ਦਿੱਖ ਵਗੈਰਾ ਹੋਤਾ, ਗੁਣਾ ਦੀ ਸੂਚੀ ਹੈ ਤੁਹਾਡੇ ਕੋਲ। ਇਹਨਾਂ ਗੁਣਾ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ, ਠੀਕ ਹੈ। ਧਾਤਾਂ ਤੇ ਅਧਾਤਾਂ ਦੇ ਵਿੱਚ ਸਪੈਸੀਫਿਕ ਉਹੀ ਆਪਾਂ ਨੇ ਦੱਸਣੇ ਜਿਹੜੇ ਗੁਣ ਆਪਾਂ ਨੂੰ ਥੱਲੇ ਦਿੱਤੇ ਗਏ। ਦਿੱਖ, ਦਿੱਖ ਦੀ ਗੱਲ ਕਰੀਏ ਤਾਂ ਜਿਹੜੀਆਂ ਤੁਹਾਡੀਆਂ ਧਾਤਾਂ ਨੇ ਉਹ ਕੀ ਹੁੰਦੀਆਂ ਨੇ, ਚਮਕਦਾਰ ਹੁੰਦੀਆਂ ਨੇ, ਠੀਕ ਹੈ। ਤੇ ਅਧਾਤਾਂ ਕੀ ਹੁੰਦੀਆਂ ਨੇ, ਮੱਧਮ ਹੁੰਦੀਆਂ ਨੇ, ਉਹਨਾਂ ਦੀ ਚਮਕ ਨਹੀਂ ਹੁੰਦੀ। ਧਾਤਾਂ ਚਮਕਦਾਰ ਤੇ ਅਧਾਤਾਂ ਮੱਧਮ ਹੁੰਦੀਆਂ ਨੇ। ਕਠੋਰਤਾ ਦੀ ਗੱਲ ਕਰੀਏ, ਕਠੋਰਤਾ ਜਿਹੜੀਆਂ ਤੁਹਾਡੀਆਂ ਧਾਤਾਂ ਨੇ ਉਹ ਬਹੁਤ ਕਠੋਰ ਹੁੰਦੀਆਂ ਨੇ, ਤੁਹਾਨੂੰ ਪਤਾ ਹੈ ਵੀ ਆਸਾਨੀ ਨਾਲ ਤੁਸੀਂ ਉਹਨੂੰ ਤੋੜ ਨਹੀਂ ਸਕਦੇ, ਜਿਵੇਂ ਕਿ ਲੋਹਾ ਹੋ ਗਿਆ। ਤੇ ਅਧਾਤਾਂ ਨਰਮ ਹੁੰਦੀਆਂ ਨੇ, ਠੀਕ ਹੈ। ਖਿੱਚਣਸ਼ੀਲਤਾ ਦੀ ਗੱਲ ਕਰੀਏ, ਧਾਤਾਂ ਨੂੰ ਤੁਸੀਂ ਖਿੱਚ ਸਕਦੇ ਹੋਗੇ, ਠੀਕ ਹੈ, ਖਿੱਚ ਸਕਦੇ ਹੋ, ਖਿੱਚ ਕੇ ਤਾਰਾ ਬਣਾ ਸਕਦੇ ਹੋ, ਪਰ ਅਧਾਤਾਂ ਖਿੱਚਣਯੋਗ ਨਹੀਂ ਹੁੰਦੀਆਂ, ਇਹਨਾਂ ਵਿੱਚ ਖਿੱਚਣਸ਼ੀਲਤਾ ਨਹੀਂ ਹੁੰਦੀ ਹੈ। ਚੌਥਾ ਗੁਣ ਕੁੱਟਣਸ਼ੀਲਤਾ, ਧਾਤਾਂ ਕੁੱਟਣਸ਼ੀਲ ਹੁੰਦੀਆਂ ਨੇ, ਕੁੱਟ ਕੁੱਟ ਕੇ ਚਾਦਰਾ ਬਣਾ ਸਕਦੇ ਹੋ, ਅਧਾਤਾਂ ਦੀਆਂ ਤੁਸੀਂ ਕੁੱਟ ਕੇ ਚਾਦਰਾ ਨਹੀਂ ਬਣਾ ਸਕਦੇ ਹੈਗੇ। ਤਾਂ ਜਿਹੜੀਆਂ ਅਧਾਤਾਂ ਨੇ ਉਹਨਾਂ ਵਿੱਚ ਕੁੱਟਣਸ਼ੀਲਤਾ ਦਾ ਗੁਣ ਨਹੀਂ ਹੁੰਦਾ, ਧਾਤਾਂ 'ਚ ਕੁੱਟਣਸ਼ੀਲਤਾ ਦਾ ਗੁਣ ਹੁੰਦਾ, ਅਧਾਤਾਂ ਵਿੱਚ ਕੁੱਟਣਸ਼ੀਲਤਾ ਦਾ ਗੁਣ ਨਹੀਂ ਹੁੰਦਾ। ਧਾਤਾਂ ਦੀ ਜਿਹੜੀਆਂ ਹੁੰਦੀਆਂ ਨੇ, ਪੰਜਵਾਂ ਆਪਣੇ ਕੋਲ ਗੁਣ ਹੈਗਾ ਤਾਪ ਦਾ ਚਾਲਕ, ਧਾਤਾਂ ਜਿਹੜੀਆਂ ਹੁੰਦੀਆਂ ਨੇ ਉਹ ਤਾਪ ਦੀਆਂ ਸੁਚਾਲਕ ਹੁੰਦੀਆਂ ਨੇ, ਤਾਪ ਦਾ ਚਾਲਨ ਕਰਦੀਆਂ ਨੇ, ਠੀਕ ਹੈ। ਪਰ ਜਿਹੜੀਆਂ ਅਧਾਤਾਂ ਨੇ ਉਹ ਤਾਪ ਦਾ ਚਾਲਨ ਨਹੀਂ ਕਰਦੀਆਂ, ਇਸ ਲਈ ਧਾਤਾਂ ਕੀ, ਅਧਾਤਾਂ ਕੀ ਨੇ, ਤਾਪ ਦੀਆਂ ਕੁਚਾਲਕ, ਠੀਕ ਹੈ। ਬਿਜਲੀ ਚਾਲਕ ਦੀ ਗੱਲ ਕਰੀਏ ਤਾਂ ਜਿਹੜੀਆਂ ਧਾਤਾਂ ਨੇ ਉਹ ਬਿਜਲੀ ਦਾ ਚਾਲਨ ਕਰਦੀਆਂ ਨੇ, ਇਹਦਾ ਮਤਲਬ ਬਿਜਲੀ ਦੀਆਂ ਵੀ ਉਹ ਕੀ ਹੁੰਦੀਆਂ ਨੇ, ਸੁਚਾਲਕ ਹੁੰਦੀਆਂ ਨੇ। ਪਰ ਅਧਾਤਾਂ ਜਿਹੜੀਆਂ ਹੁੰਦੀਆਂ ਨੇ ਉਹ ਬਿਜਲੀ ਦੀਆਂ ਵੀ ਕੁਚਾਲਕ ਹੁੰਦੀਆਂ ਨੇ, ਬਿਜਲੀ ਦਾ ਚਾਲਨ ਨਹੀਂ ਕਰਦੀਆਂ, ਠੀਕ ਹੈ ਬੱਚੋ। Students, next question for English medium students, that is, some properties are listed in the following table. Distinguish between metals and non-metals on the basis of these properties. Right? We have 6 main properties of metals and non-metals, and we have to distinguish metals and non-metals on the basis of only these 6 properties. Right? So first property is appearance. Appearance की बात करें, as we know, metals are lustrous in nature whereas non-metals are dull. metals की एक शाइन होती है, lustrous होती है, चमक होती है, और जो आपकी नॉन मेटल्स है वो डल होती है अपीयरेंस के अंदर, राइट। सेकंड प्रॉपर्टी है हार्डनेस की। हार्डनेस की बात करें, मेटल्स आर वेरी हार्ड और टफ इन नेचर, हार्ड होती है, सख्त होती है, और जो आपकी नॉन मेटल्स है वो क्या है, सॉफ्ट है, ठीक है। और इजीली जो आपकी नॉन मेटल्स हैं, वो बहुत सारी नॉन मेटल्स तो आपकी गैसियस स्टेट में ही एग्जिस्ट करती हैं। थर्ड प्रॉपर्टी है बेटा मैलेबिलिटी। मैलेबिलिटी का मतलब क्या होता है, पहले हम देखें। इट इज द प्रॉपर्टी ऑफ मटेरियल बाय विच इट कैन बी बिटन टू फॉर्म इट्स थिन शीट्स। ये किसी भी मटेरियल की प्रॉपर्टी है जिससे हम क्या है उस मटेरियल को बीट करके, कूट कर उसको थिन शीट्स में ड्रॉ कर सकते हैं, थिन शीट्स बना सकते हैं। तो हम क्या कहेंगे कि हमारी जो मेटल्स है, मेटल्स हैव द प्रॉपर्टी ऑफ मैलेबिलिटी, मेटल्स को हम बीट करके शीट्स बना सकते हैं, so they have the property of malleability, whereas non metals cannot be drawn into sheets, non metals को हम sheets में draw नहीं कर सकते, so they do not have a property of malleability। तो आपकी non metals के पास malleability की property नहीं होती है। नेक्स्ट हमारे पास जो है डक्टिलिटी। डक्टिलिटी क्या है, डक्टिलिटी ये भी हमारी बेसिकली मटेरियल की वो प्रॉपर्टी है जिससे हम उस मटेरियल को स्ट्रेच करके, खींच कर वायर्स में ड्रॉ कर सकते हैं, वायर्स बना सकते हैं। तो हम बात करें कि हमारी जो बेसिकली हमारी जो मेटल्स है उनके पास डक्टिलिटी की प्रॉपर्टी होती है और नॉन मेटल्स के पास डक्टिलिटी की प्रॉपर्टी नहीं होती है। मेटल्स हैव प्रॉपर्टी ऑफ डक्टिलिटी whereas metal non metals do not have the property of ductility। ठीक है बेटा। डक्टिलिटी क्या होती है, ability of the material to be drawn, और you can say that deformed without any fracture। अगर किसी चीज को हम बिना तोड़े मोड़े
उसको क्या है वायर्स वगैरह में ड्रॉ कर सकते हैं, देन दैट इज डक्टिलिटी, राइट। फिफ्थ प्रॉपर्टी हमारे पास क्या है, हीट कंडक्शन। हीट कंडक्शन की बात करें, हमारी जो मेटल्स हैं दीज आर गुड कंडक्टर ऑफ हीट, मींस कि ये जो है हमारी हीट को कंडक्ट करती है, एक कॉर्नर से दूसरे कॉर्नर तक कंडक्ट करती है, वेयर एज योर नॉन मेटल्स आर बैड और द पुअर कंडक्टर ऑफ हीट, राइट। सिमिलरली सिक्स्थ प्रॉपर्टी जो है हमारी कंडक्शन ऑफ इलेक्ट्रिसिटी, metals are good conductor of electricity whereas non-metals are bad or the poor conductor of electricity, right beta? Appearance, hardness, malleability, ductility, heat conduction and conduction of electricity, these are the basic properties of your metals and non-metals, okay। हाँ जी बेटा, ਜਿਹੜਾ ਆਪਣਾ 6th ਕੁਐਸਚਨ ਹੈ, ਹੇਠ ਲਿਖਿਆਂ ਦੇ ਕਾਰਨ ਦੋ ਰੀਜ਼ਨ ਦੱਸਨੇ ਆਪਾਂ ਨੇ ਇਹਦੇ ਵਿੱਚ। ਪਹਿਲਾ ਜਿਹੜਾ ਹੈਗਾ ਐਲੂਮੀਨੀਅਮ ਦੀ ਫੁਆਇਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾਂਦੀ ਹੈ। ਐਲੂਮੀਨੀਅਮ ਫੁਆਇਲ ਦੀ ਵਰਤੋਂ ਆਪਾਂ ਭੋਜਨ ਸਮੱਗਰੀ ਨੂੰ ਲਪੇਟਣ ਦੇ ਵਿੱਚ ਕਿਉਂ ਕਰਦੇ ਹਾਂਗੇ, ਠੀਕ ਹੈ, ਕਾਰਨ ਦੱਸਣਾ। ਉੱਤਰ ਕੀ ਹੈ, ਐਲੂਮੀਨੀਅਮ ਵਿੱਚ ਕੁੱਟਣਸ਼ੀਲਤਾ ਦਾ ਗੁਣ ਹੁੰਦਾ ਹੈ ਅਤੇ ਇਸ ਨੂੰ ਕੁੱਟ ਕੇ ਸ਼ੀਟ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਇਸ ਲਈ ਐਲੂਮੀਨੀਅਮ ਦੀ ਫੁਆਇਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾਂਦੀ ਹੈ, ਠੀਕ ਹੈ ਬੇਟਾ। ਕੀ ਹੈਗਾ ਵੀ ਐਲੂਮੀਨੀਅਮ ਤੁਹਾਡੀ ਇੱਕ ਅਜਿਹੀ ਧਾਤ ਹੈਗੀ ਜਿਹਨੂੰ ਤੁਸੀਂ ਕੁੱਟ ਕੇ ਬਹੁਤ ਪਤਲੀਆਂ ਸ਼ੀਟਾਂ ਜਾਂ ਚਾਦਰਾਂ ਦੇ ਵਿੱਚ ਪਰਿਵਰਤਿਤ ਕਰ ਸਕਦੇ ਹੋ। ਇੰਨੀ ਬਰੀਕ ਤੇ ਥਿਨ ਸ਼ੀਟ ਬਣ ਜਾਂਦੀ ਹੈ ਕਿ ਤੁਸੀਂ ਇਹਨੂੰ ਜਿਹੜਾ ਹੈਗਾ ਭੋਜਨ ਸਮੱਗਰੀ ਨੂੰ ਲਪੇਟਣ ਦੇ ਲਈ ਵਰਤਦੇ ਹੋ। ਇੰਗਲਿਸ਼ ਡਿਸਕਸ ਕਰੀਏ। give reason for the following, aluminium foils are used to wrap food items, ਫੂਡ ਆਈਟਮਸ ਨੂੰ ਕਿਉਂ ਰੈਪ ਕਰਨ ਲਈ ਆਪਾਂ ਲਪੇਟਣ ਲਈ ਆਪਾਂ ਐਲੂਮੀਨੀਅਮ ਫੋਇਲ ਯੂਜ਼ ਕਰਦੇ ਹਾਂ। ਅਲੂਮੀਨੀਅਮ ਇਜ਼ malleable and can be drawn into thin sheets, hence aluminium foils are used to wrap food items। aluminium malleable means ਕਿ ਆਪਾਂ ਇਹਨੂੰ ਕੁੱਟ ਕੇ ਚਾਦਰਾ ਬਣਾ ਸਕਦੇ ਹੋ, ਠੀਕ ਹੈ, thin sheets ਪਰ ਬਣਾ ਸਕਦੇ ਹਾਂਗੇ। ਇਸ ਲਈ ਜਿਹੜਾ ਆਪਣਾ ਐਲੂਮੀਨੀਅਮ ਹੈ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਫੂਡ ਆਈਟਮਸ ਨੂੰ ਰੈਪ ਕਰਨ ਦੇ ਲਈ ਲਪੇਟਣ ਦੇ ਲਈ ਯੂਜ਼ ਕਰਦੇ ਹਾਂ। ਓਕੇ ਬੇਟਾ, ਫਾਈਨ ਬੇਟਾ। ਕਾਰਨ ਦੱਸੋ ਦੇ ਵਿੱਚ ਜਿਹੜਾ ਆੜਾ ਪਾਰਟ ਹੈ, ਦਰਵਾਂ ਨੂੰ ਗਰਮ ਕਰਨ ਲਈ ਇਮਲਸ਼ਨ ਰੋਡ ਧਾਤਵੀ ਪਦਾਰਥਾਂ ਤੋਂ ਬਣਦੀਆਂ ਹਨ, ਠੀਕ ਹੈ। ਇਹ ਜਿਹੜੇ ਧਾਤਵੀ ਪਦਾਰਥਾਂ ਤੋਂ ਕਿਉਂ ਬਣਦੀਆਂ ਨੇ ਜਿਹੜੀਆਂ ਇਮਲਸ਼ਨ ਰੋਡਸ ਹੈ ਜਿਹੜੀਆਂ ਆਪਾਂ ਗਰਮ ਕਰਨ ਲਈ ਵਰਤਦੇ ਹਾਂ। द्रव ਨੂੰ ਗਰਮ ਕਰਨ ਵਾਲੀ ਇਮਲਸ਼ਨ ਰੋਡ ਧਾਤਵੀ ਪਦਾਰਥਾਂ ਤੋਂ ਇਸ ਲਈ ਬਣਦੀਆਂ ਹਨ ਕਿਉਂਕਿ ਧਾਤਵੀ ਪਦਾਰਥ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਨੇ। ਕਹਿੰਦੇ ਕੀ ਹੈਗੇ ਇਹ ਜਿਹੜੇ ਪਦਾਰਥ ਨੇ ਜਿਹੜੇ ਧਾਤ ਕੋਈ ਵੀ ਧਾਤਾਂ ਨੇ ਆਪਾਂ ਗੱਲ ਕਰਕੇ ਇਹ ਬਿਜਲੀ ਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਨੇ। ਇਸ ਕਰਕੇ ਕਹਿੰਦਾ ਇਮਲਸ਼ਨ ਰੋਡ ਨੂੰ ਆਪਾਂ ਧਾਤਾਂ ਦੀਆਂ ਹੀ ਬਣਾਉਂਦੇ ਆ। ਜੇ ਉਹ ਧਾਤਾਂ ਦੀ ਬਣਾਉਂਦੇ ਆ ਤਾਂ ਉਹਨਾਂ ਨੇ ਤਾਂ ਸੁਚਾਲਨ ਕਰਨਾ ਹੀ ਨਹੀਂ ਸੀਗਾ। ਉਹ ਤਾਂ ਜੇ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਗਰਮ ਕਰਦੇ ਉਹ ਅੱਗ ਚਾਹੇ ਫੜ ਲੇ, ਧਾਤ ਜਿਹੜੀ ਹੁੰਦੀ ਹੈ ਜਲ ਜਾਂਦੀ, ਜਿਵੇਂ ਲੱਕੜ ਜਲ ਜਾਂਦੀ ਹੈ ਪਰ ਉਹ ਸੁਚਾਲਨ ਨਹੀਂ ਕਰਦੀ ਹੈਗੀ। ਇਸ ਕਰਕੇ ਆਪਾਂ ਨੂੰ ਉਹਨੂੰ ਅਧਾਤ ਦਾ ਨਹੀਂ ਧਾਤਾਂ ਦਾ ਹੀ ਬਣਾਉਣਾ ਪ੍ਰੈਫਰ ਕਰਦੇ ਆ, ਜਦ ਧਾਤਾਂ ਦੀਆਂ ਹੀ ਬਣਦੀਆਂ ਨੇ। ਠੀਕ ਹੈ। ਇੰਗਲਿਸ਼ ਵਿੱਚ immersion rods for heating liquids are made up of metallic substances। ਰੀਜ਼ਨ ਦੱਸਨੇ ਕਿ metallic substances ਤੇ ਕਿਉਂ ਬਣਦੀਆਂ ਨੇ, because metals are good conductor of heat and electricity। ठीक है, क्योंकि हमारी जो metals है वो good conductor है हीट और इलेक्ट्रिसिटी की, हीट और इलेक्ट्रिसिटी को कंडक्ट करती हैं। इसीलिए हम जो है इमर्शन रॉड्स हमारी जो है गर्म करने के लिए, लिक्विड को गर्म करने के लिए मेटल्स की बनाते हैं क्योंकि वो उसको क्या करती है, कंडक्ट करती हैं। ठीक है, इलेक्ट्रिसिटी को भी और हीट को भी कंडक्ट करती है। अगर वो उसको कंडक्ट ही नहीं करेगी तो हमारा जो पानी है वो गर्म ही नहीं होगा। ठीक है, जो भी लिक्विड है वो हमारा गर्म ही नहीं होगा तो उसको यूज करने का कोई फायदा ही नहीं होगा। नॉन मेटल्स क्या है, पुअर कंडक्टर होती है, वो कंडक्ट ही नहीं करेंगी हीट और इलेक्ट्रिसिटी को, तो कोई भी चीज हीट अप होने की बजाय क्या है वो वैसी की वैसी रहेगी और वो सब्सटेंस में भी बर्न कर जाए, राइट। इसीलिए हम मेटल्स का बनाते हैं उसको। बेटा ईडी पार्ट ਜਿਹੜਾ ਹੈਗਾ ਕਾਪਰ ਜ਼ਿੰਕ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ ਜ਼ਿੰਕ ਹੈ ਉਹਦੀ ਕਿਰਿਆਸ਼ੀਲਤਾ ਜਿਹੜੀ ਹੈਗੀ ਹੈ ਵੱਧ ਹੈਗੀ ਕਾਪਰ ਦੇ ਮੁਕਾਬਲੇ। ਠੀਕ ਹੈ, ਇਸ ਕਰਕੇ ਉਹਨੂੰ ਵਿਸਥਾਪਿਤ ਨਹੀਂ ਕਰ ਪਾਦਾ। ਕਦੇ ਵੀ ਇੱਕ ਘੱਟ ਕਿਰਿਆਸ਼ੀਲ ਵੱਧ ਨੂੰ ਉਹਦੇ ਯੋਗ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ। ਕਾਪਰ ਜ਼ਿੰਕ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ ਕਿਉਂਕਿ ਜ਼ਿੰਕ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਹੁਣ ਗੱਲ ਕਰੀਏ ਆਪਾਂ ਇੰਗਲਿਸ਼ ਮੀਡੀਅਮ ਦੀ। ਕਾਪਰ कैन नॉट displace zinc from its salt solution as we know the reactivity of zinc is more than that of copper। जिंक की रिएक्टिविटी कॉपर से ज्यादा है। ठीक है, so a less reactive metal can't displace a more reactive metal from its solution।
तो कभी भी एक जो कम रिएक्टिव मेटल है वो ज्यादा रिएक्टिव मेटल को उसके सोल्यूशन में से डिस्प्लेस नहीं कर सकते। सो कॉपर कैन नॉट डिस्प्लेस जिंक फ्रॉम इट्स सॉल्ट सोल्यूशन बिकॉज जिंक इज मोर रिएक्टिव देन कॉपर, क्योंकि रिएक्टिविटी जो जिंक की है वो कॉपर से ज्यादा है। ओके स्टूडेंट्स, बेटा ਜਿਹੜਾ ਸਸਤਾ ਪਾਰਟ ਹੈ ਤੁਹਾਡਾ ਕਾਰਨ ਦੱਸੋ ਦੇ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਸੋਡੀਅਮ ਤੇ ਪੋਟਾਸ਼ੀਅਮ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਉਹ ਇੰਨੀਆਂ ਕਿਰਿਆਸ਼ੀਲ ਧਾਤਾਂ ਨੇਗੀਆਂ ਜਿਹੜੀਆਂ ਕਿ ਵਾਤਾਵਰਣ ਦੇ ਵਿੱਚ ਜਿਹੜੀ ਆਕਸੀਜਨ ਹੈ ਉਸ ਦੇ ਨਾਲ ਕਿਰਿਆ ਕਰਕੇ ਵੀ ਅੱਗ ਫੜ ਲੈਂਦੀਆਂ ਨੇ, ਇਸ ਕਰਕੇ ਕਹਿੰਦਾ ਉਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ। ਸੋਡੀਅਮ ਅਤੇ ਪੋਟਾਸ਼ੀਅਮ ਬਹੁਤ ਕਿਰਿਆਸ਼ੀਲ ਹਨ ਜੋ ਵਾਤਾਵਰਣੀ ਆਕਸੀਜਨ ਨਾਲ ਕਿਰਿਆ ਕਰਕੇ ਅੱਗ ਫੜ ਲੈਂਦੇ ਨੇ, ਇਸ ਲਈ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ। For English medium, sodium and potassium are stored in kerosene. Sodium और potassium में kerosene क्यों रखा जाता है? As sodium and potassium are highly reactive metals which readily react with atmospheric oxygen to catch fire. Hence, sodium and potassium are stored in kerosene. Highly reactive metals है sodium और potassium. Even they can react with atmospheric oxygen. Atmosphere में जो oxygen है उसके साथ react करके they will catch fire easily. So they are stored in kerosene. ठीक है, अगर ऐसे ही ओपन में हमने उसको खोला तो उसके साथ रिएक्ट करके ही ये फायर कैच कर सकते हैं, इसीलिए हम उसको क्या है कैरोसिन के अंदर स्टोर करके रखते हैं। ओके बेटा ਜਿਹੜਾ ਆਪਣਾ 7th क्वेश्चन है ਕੀ ਤੁਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨ ਵਿੱਚ ਰੱਖ ਸਕਦੇ ਹੋ? ਸਪਸ਼ਟ ਕਰੋ। ਆਪਣਾ ਜਿਹੜਾ ਨਿੰਬੂ ਦਾ ਅਚਾਰ ਹੈ ਆਪਾਂ ਉਹਨਾਂ ਨੂੰ ਐਲੂਮੀਨੀਅਮ ਦੇ ਬਰਤਨ 'ਚ ਰੱਖ ਸਕਦੇ ਹਾਂ ਜਾਂ ਨਹੀਂ, ਉਹਦਾ ਕੀ ਕਾਰਨ ਹੈ? ਨਿੰਬੂ ਦੇ ਅਚਾਰ ਵਿੱਚ ਤੇਜ਼ਾਬ ਹੁੰਦਾ ਹੈ, ਇਹ ਐਲੂਮੀਨੀਅਮ ਨਾਲ ਕਿਰਿਆ ਕਰਕੇ ਲੂਣ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ। ਠੀਕ ਹੈ, ਐਲੂਮੀਨੀਅਮ ਦੇ ਵਿੱਚ ਜਿਹੜਾ ਐਸਿਡ ਹੈ ਤੇਜ਼ਾਬ ਹੈਗਾ ਉਹਨੇ ਕੀ ਕਰਨਾ ਹੈਗਾ ਐਲੂਮੀਨੀਅਮ ਦੇ ਨਾਲ ਕਿਰਿਆ ਕਰਨੀ ਹੈ ਤਾਂ ਆਪਣੇ ਕੋਲ ਕੀ ਬਣ ਗਿਆ ਲੂਣ। ਠੀਕ ਹੈ, ਸਾਲਟ ਬਣ ਗਿਆ ਤੇ ਹਾਈਡਰੋਜਨ ਗੈਸ ਬਣਦੀ ਹੈ ਤੇ ਜਿਹੜੇ ਦੋਨੋਂ ਇਹ ਪਦਾਰਥ ਬਣ ਜਾਂਦੇ ਨੇ ਇਹ ਸਾਡੀ ਸਿਹਤ ਦੇ ਲਈ ਕੀ ਹੁੰਦੇ ਨੇ ਹਾਨੀਕਾਰਕ ਨੇ, ਇਸ ਲਈ ਅਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨਾਂ ਵਿੱਚ ਨਹੀਂ ਰੱਖ ਸਕਦੇ। ਠੀਕ ਹੈ, ਨਿੰਬੂ ਦੇ ਅਚਾਰ ਦੇ ਵਿੱਚ ਕੀ ਹੁੰਦਾ ਹੈ ਤੇਜ਼ਾਬ ਹੁੰਦਾ ਹੈ, ਇਹ ਐਲੂਮੀਨੀਅਮ ਨਾਲ ਕਿਰਿਆ ਕਰਕੇ ਕੀ ਬਣਾਉਂਦਾ ਹੈ ਲੂਣ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ, ਇਸ ਲਈ ਅਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨਾਂ ਵਿੱਚ ਨਹੀਂ ਰੱਖ ਸਕਦੇ। ਕਿਵੇਂ ਫॉर ਇੰਗਲਿਸ਼ ਮੀਡੀਅਮ can you store the lemon pickle in an aluminium utensil? explain ਕਿ ਅਸੀਂ ਜਿਹੜਾ ਹੈਗਾ ਲੈਮਨ ਦੇ ਪਿਕਲ ਨੂੰ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਯੂਟੈਂਸਿਲ ਸਟੋਰ ਕਰਦੇ ਆ ਸਕਦੇ ਆ ਜਾਂ ਨਹੀਂ। ਸੋ ਫਸਟ no. Its answer is no. Pickle consists of acids which react with aluminium metal to produce salt and hydrogen. ठीक है, हमारा जो लेमन का पिकल है स्पेसिफिकली वो क्या है एसिड प्रोड्यूस करता है और वो एसिड हमारे एल्यूमिनियम के यूटेंसिल के साथ रिएक्ट करके सॉल्ट और हाइड्रोजन बनाता है और ये जो हमारा बन गया सॉल्ट और हाइड्रोजन इट इज डेंजरस फॉर आवर हेल्थ। हेंस पिकल इज नॉट स्टोर्ड इन एल्यूमिनियम यूटेंसिल, इसलिए हम इस पिकल को यूटेंसिल के अंदर स्टोर नहीं कर सकते। लेमन के जो आपका लेमन पिकल है इसको एल्यूमिनियम के यूटेंसिल के अंदर स्टोर नहीं कर सकते। ओके बेटा अपना जो 8वां क्वेश्चन हैगा ਹੇਠਾਂ ਤੁਹਾਨੂੰ ਇੱਕ ਸਾਰਣੀ ਦਿੱਤੀ ਗਈ ਹੈ, ਹੇਠਾਂ ਦਿੱਤੀ ਸਾਰਣੀ ਦੇ ਕਾਲਮ 1 ਵਿੱਚ ਕੁਝ ਪਦਾਰਥ ਦਿੱਤੇ ਗਏ ਨੇ, ਕਾਲਮ 2 ਵਿੱਚ ਉਹਨਾਂ ਦੇ ਕੁਝ ਉਪਯੋਗ ਦਿੱਤੇ ਗਏ ਹਨ, ਕਾਲਮ 1 ਦੇ ਪਦਾਰਥਾਂ ਨੂੰ ਕਾਲਮ 2 ਨਾਲ ਸਹੀ ਮਿਲਾਨ ਕਰਨਾ, ਆਪਾਂ ਨੇ ਮਿਲਾਨ ਕਰਨਾ ਇਹਦੇ ਵਿੱਚ। ਪਹਿਲਾਂ ਤੁਹਾਡੇ ਕੋਲ ਕੀ ਹੈ 골ਡ। ਠੀਕ ਹੈ, 골ਡ ਜਿਹਨੂੰ ਅਸੀਂ ਸੋਨਾ ਕਹਿੰਦੇ ਆ, ਸੋਨਾ ਦਾ ਦੇਖੋ ਕੀ ਕਿੱਥੇ ਉਪਯੋਗ ਹੁੰਦਾ ਹੈਗਾ, ਤੁਸੀਂ ਇਹਨੂੰ ਥਰਮਾਮੀਟਰ, ਬਿਜਲੀ ਦੀਆਂ ਤਾਰਾਂ, ਭੋਜਨ ਸਮੱਗਰੀ, ਗਹਿਣੇ, ਮਸ਼ੀਨਾਂ, ਬਾਲਣ ਕਾਦੇ ਵਿੱਚ ਪ੍ਰਯੋਗ ਕਰਦੇ ਹੋ ਇਹਦਾ ਗਹਿਣੇ ਬਣਾਉਣ ਦੇ ਵਿੱਚ। ਸੋਨੇ ਦੇ ਗਹਿਣਿਆਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ। ਸੈਕਿੰਡ ਬੇਟਾ ਕੀ ਹੈ ਆਇਰਨ, ਲੋਹਾ। ਲੋਹਾ ਕਾਦੇ ਲਈ ਵਰਤਿਆ ਜਾਂਦਾ ਹੈਗਾ ਤੁਹਾਨੂੰ ਪਤਾ ਹੈਗਾ ਬਾਲਣ ਵਗੈਰਾ ਲਈ, ਗਹਿਣਿਆਂ ਲਈ ਨਹੀਂ ਵਰਤਿਆ ਜਾਂਦਾ, ਕਾਦੇ ਲਈ ਵਰਤਿਆ ਜਾਂਦਾ ਹੈ ਮਸ਼ੀਨਾਂ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਠੀਕ ਹੈ, ਤੀਸਰਾ ਐਲੂਮੀਨੀਅਮ। ਐਲੂਮੀਨੀਅਮ ਤਾਂ ਆਪਾਂ ਹੁਣੀ ਕਰਕੇ ਚੁੱਕੇ ਆਂਗੇ ਵੀ ਐਲੂਮੀਨੀਅਮ ਦਾ ਆਪਾਂ ਕੀ ਬਣਾਉਂਦੇ ਆ ਕਿ ਭੋਜਨ ਸਮੱਗਰੀ ਨੂੰ ਲਪੇਟਣ ਵਾਸਤੇ ਜਿਹੜੀ ਹੈਗੀ ਹੈ ਕਿ ਉਹ ਆ ਫੋਇਲ ਬਣਾਉਂਦੇ ਆਗੇ। ਠੀਕ ਹੈ, ਪਤਲੀਆਂ ਪਤਲੀਆਂ ਚਾਦਰਾਂ ਬਣਾਉਂਦੇ ਆਗੇ ਤਾਂ ਇਹਦੇ ਵਿੱਚ ਤੁਹਾਡੇ ਕੋਲ ਕਿਹਦੇ ਨਾਲ ਮਿਲਾਨ ਕਰੋਗੇ ਭੋਜਨ ਸਮੱਗਰੀ ਦੇ ਲਈ ਵਰਤਿਆ ਜਾਂਦਾ ਹੈ। ਕਾਰਬਨ, ਕਾਰਬਨ ਜਿਹੜਾ ਤੁਹਾਡੇ ਕੋਲ ਹੈਗਾ ਕਾਰਬਨ ਕਾਦੇ ਲਈ ਵਰਤਿਆ ਜਾਂਦਾ ਹੈਗਾ ਕੋਲੇ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ, ਆਪਾਂ ਇਹਨੂੰ ਬਾਲਣ ਲਈ ਵਰਤਦੇ ਹਾਂ। ਠੀਕ ਹੈ, ਬਾਲਣ ਦੇ ਰੂਪ ਵਿੱਚ ਵਰਤਿਆ ਜਾਂਦਾ ਨਾ ਕੋਲਾ। ਕਾਪਰ ਤੁਹਾਡੇ ਕੋਲ ਜਿਹੜੀ 5ਵੀਂ ਆਪਸ਼ਨ ਹੈ ਕਾਪਰ। ਕਾਪਰ ਤੁਹਾਨੂੰ ਪਤਾ ਵੀ ਤੁਹਾਡੇ ਜਿਹੜੇ ਆਸ-ਪਾਸ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਕਾਦੀਆਂ ਬਣੀਆਂ ਨੇ ਕਾਪਰ ਦੀਆਂ ਬਣੀਆਂ ਨੇ, ਤਾਂ ਬਿਜਲੀ ਦੀਆਂ ਤਾਰਾਂ ਨੂੰ ਬਣਾਉਣ ਦੇ ਵਿੱਚ ਇਹਨਾਂ ਤੁਸੀਂ ਮਿਲਾਨ ਕਰੋਗੇ ਬਿਜਲੀ ਦੀਆਂ ਤਾਰਾਂ। ਬਿਜਲੀ ਦੀਆਂ ਤਾਰਾਂ ਕਾਦੀਆਂ ਬਣੀਆਂ ਨੇ ਕਾਪਰ ਦੀਆਂ। ਮਰਕਰੀ,
ਮਰਕਰੀ ਤੁਹਾਨੂੰ ਪਤਾ ਹੈ ਵੀ ਇੱਕ ਅਜਿਹੀ ਧਾਤ ਹੈਗੀ ਜਿਹੜੀ ਕਿ ਰੂਮ ਟੈਂਪਰੇਚਰ ਦੇ ਉੱਪਰ ਕਮਰੇ ਦੇ ਤਾਪਮਾਨ ਤੇ ਦਰਵ ਹੈ, ਇਸ ਕਾਰਨ ਕਰਕੇ ਕਹਿੰਦਾ ਆਪਾਂ ਇਹਨੂੰ ਥਰਮਾਮੀਟਰ ਦੇ ਵਿੱਚ ਯੂਜ਼ ਕਰਦੇ ਹਾਂ। ਤਾਂ ਮਰਕਰੀ ਕਾਦੇ ਵਿੱਚ ਵਰਤੀ ਜਾਂਦੀ ਹੈ? ਥਰਮਾਮੀਟਰ ਦੇ ਵਿੱਚ। ਓਕੇ ਬੇਟਾ। For English medium students, match the substances given in column A with their uses given in column B। ठीक है, ए कॉलम में आपके पास कुछ एक सब्सटेंसेस दिए है, उसके यूजेस हमें बी में दिए हैं। ठीक है, तो हमने उसके साथ उसको मैच करना है। ठीक है, पहले भी हम डिस्कस करें गोल्ड। गोल्ड किस लिए हम यूज करते हैं? क्या गोल्ड की हम लोग मशीनरी बनाते हैं, फूड रैप करने के लिए, फ्यूल, इलेक्ट्रिक वायर, थर्मोमीटर, या फिर क्या ज्वेलरी बनाते हैं? क्या बनाते हैं? गोल्ड हम लोग ज्वेलरी बनाने के लिए यूज करते हैं। नेक्स्ट वी हैव आयरन। आयरन किस लिए यूज करते हैं? थर्मामीटर देखा है कभी आयरन का? नहीं ना। तारे भी नहीं बनती, बिजली की जो तारे हैं वो भी आपकी जो है आपकी इलेक्ट्रिक वायर्स जो है वो भी आपकी इसकी नहीं बनती, आयरन की नहीं बनती। ठीक है, फ्यूल के तौर पर भी हम लोग जो है आयरन को नहीं यूज करते। तो हम लोग आयरन किस लिए यूज करते हैं? मशीनरी बनाने के लिए, मशीन्स बनाने के लिए हम आयरन को यूज करते हैं। थर्ड वी हैव एल्यूमिनियम। एल्यूमिनियम आपको पता है कि एल्यूमिनियम रैप्स आते हैं आपके पास, तो हमारे जो रैपिंग फूड को रैप करने के लिए हम एल्यूमिनियम को यूज करते हैं। फोर्थ वी है बेटा कार्बन। कार्बन हम किस लिए यूज करते हैं? कार्बन कोल की फॉर्म में आप यूज करते हो फ्यूल में। ठीक है, फ्यूल यूज होता है, जो कार्बन का कोल फॉर्म है उसको आप फ्यूल में यूज करते हो, फ्यूल की फॉर्म में यूज करते हो। नेक्स्ट वी है कॉपर। कॉपर आपको पता है आपके सराउंडिंग में जितनी भी आप वायर्स, इलेक्ट्रिक वायर्स बनाते हो, किस चीज की बनी है? वो हमारी कॉपर की बनी है। मरकरी, एज वी नो, मरकरी इज द ओनली मेटल विच इज लिक्विड एट रूम टेम्परेचर। इस प्रॉपर्टी के कारण और वो बहुत सारी मरकरी की प्रॉपर्टी के कारण हम इसको क्या है थर्मोमीटर के अंदर यूज करते हैं। सो फॉर मरकरी वी विल यूज थर्मोमीटर, राइट। तो 9th क्वेश्चन अपना की है ਕੀ ਹੁੰਦਾ ਹੈ ਜਦੋਂ ਹਲਕਾ ਸਲਫਿਊਰਿਕ ਐਸਿਡ ਕਾਪਰ ਦੀ ਪਲੇਟ ਉੱਤੇ ਪਾਇਆ ਜਾਂਦਾ ਹੈ। ਹਲਕੇ ਸਲਫਿਊਰਿਕ ਐਸਿਡ ਨੂੰ ਆਪਾਂ ਕਾਪਰ ਦੀ ਪਲੇਟ ਉੱਤੇ ਪਾ ਦਾਂਗੇ। ਸਲਫਿਊਰਿਕ ਐਸਿਡ ਆਪਣਾ ਕੀ ਹੈ? ਤੇਜ਼ਾਬ ਹੈ। ਕਾਪਰ ਆਪਣੀ ਕੀ ਹੈ? ਇੱਕ ਧਾਤ ਹੈ। ਹਲਕਾ ਸਲਫਿਊਰਿਕ ਐਸਿਡ ਕਾਪਰ ਦੀ ਪਲੇਟ ਉੱਤੇ ਪਾਉਣ ਨਾਲ ਕੋਈ ਕਿਰਿਆ ਨਹੀਂ ਹੁੰਦੀ, ਪਰੰਤੂ ਗਾੜੇ ਸਲਫਿਊਰਿਕ ਐਸਿਡ ਨਾਲ ਕਾਪਰ ਕਿਰਿਆ ਕਰਕੇ ਨੀਲੇ ਰੰਗ ਦਾ ਕਾਪਰ ਸਲਫੇਟ ਬਣਾਉਂਦਾ ਹੈ ਅਤੇ ਹਾਈਡਰੋਜਨ ਗੈਸ ਨਿਕਲਦੀ ਹੈ। ਆਪਾਂ ਨੂੰ ਪਤਾ ਹੈ ਵੀ ਕਾਪਰ ਜਿਹੜਾ ਹੈਗਾ ਇੱਕ ਘੱਟ ਕਿਰਿਆਸ਼ੀਲ ਧਾਤ ਹੈ। ਠੀਕ ਹੈ, ਇਸ ਕਰਕੇ ਉਹ ਹਲਕੇ ਸਲਫਿਊਰਿਕ ਐਸਿਡ ਨਾਲ ਤਾਂ ਨਹੀਂ ਰਿਐਕਟ ਕਰਦੀ, ਪਰ ਜਿਹੜਾ ਗਾੜਾ ਸਲਫਿਊਰਿਕ ਐਸਿਡ ਹੈ ਜਦੋਂ ਆਪਾਂ ਉਹ ਪਾਵਾਂਗੇ ਤਾਂ ਉਹ ਗਾੜਾ ਸਲਫਿਊਰਿਕ ਐਸਿਡ ਕਾਪਰ ਦੇ ਨਾਲ ਰਿਐਕਟ ਕਰੂਗਾ। ਤੇ ਜਦੋਂ ਗਾੜਾ ਸਲਫਿਊਰਿਕ ਐਸਿਡ ਰਿਐਕਟ ਕਰੂਗਾ, ਬੇਟਾ ਰਿਐਕਸ਼ਨ ਦੇਖੋ ਕਿ ਆਪਾਂ ਨੇ ਕਾਪਰ ਦਿੱਤਾ ਹੋਇਆ, ਕਾਪਰ ਜਦੋਂ ਕੰਸਨਟ੍ਰੇਟਡ ਮਤਲਬ ਗਾੜੇ ਸਲਫਿਊਰਿਕ ਐਸਿਡ ਦੇ ਨਾਲ ਰਿਐਕਟ ਕੀਤਾ ਤਾਂ ਆਪਣੇ ਕੋਲ ਕੀ ਬਣ ਗਿਆ? ਕਾਪਰ ਸਲਫੇਟ ਬਣ ਗਿਆ। ਕਾਪਰ ਸਲਫੇਟ ਦੇ ਨਾਲ ਆਪਣੇ ਕੋਲ ਕੀ ਹੈ? ਹਾਈਡਰੋਜਨ ਗੈਸ ਨਿਕਲ ਰਹੀ ਹੈ। The English medium वाले, what happens when dilute sulfuric acid is poured on a copper plate? dilute sulfuric acid ਨੂੰ, ਹਲਕੇ sulfuric acid ਨੂੰ ਆਪਾਂ copper ਦੀ plate ਉੱਤੇ pour ਕਰਦੇ ਹਾਂ ਪਾਣੀ। So answer is no reaction occurs when dilute sulfuric acid is poured on a copper plate। ठीक है, कोई हमारे पास रिएक्शन नहीं होगी जब हम dilute sulfuric acid को copper की plate के ऊपर डालेंगे। However, when concentrated sulfuric acid is poured on copper plate, hydrogen gas evolves along with the formation of blue colored copper sulfate crystals। ठीक है, हमारे पास कहता क्या है जब हम क्योंकि हमारी कॉपर एक लेस रिएक्टिव मेटल है, सो डिल्यूट के साथ तो नहीं रिएक्ट करेगी पर कंसंट्रेटेड सल्फ्यूरिक एसिड के साथ रिएक्ट करेगी। तो कंसंट्रेटेड सल्फ्यूरिक एसिड के साथ रिएक्ट करके क्या बनाएगी? वो कॉपर सल्फेट बनाएंगे, कॉपर सल्फेट के क्रिस्टल्स बनेंगे और साथ में हाइड्रोजन गैस निकलेगी। ठीक है, हमारे पास केमिकल रिएक्शन दी है, इसको देखो कि हमारे पास जो कॉपर है, ठीक है, कॉपर मेटल है हमारी, उसको हम लोगों ने कंसंट्रेटेड, हमारा जो कंसंट्रेटेड डिल्यूट के साथ तो रिएक्शन नहीं हुई, तो कंसंट्रेटेड के साथ जब रिएक्शन की तो कॉपर सल्फेट बना CuSO4। ठीक है बेटा, ये ध्यान रखा करो, स्पेसिफिकली आप लोग जो 8th क्लास के बच्चे हो ध्यान नहीं देते कि आपने जो 4 है सबस्क्रिप्ट की फॉर्म में लिखना है, नीचे लिखना है। ठीक है, कॉपर सल्फेट प्लस हाइड्रोजन गैस बनती है हमारे पास। ठीक है, द केमिकल रिएक्शन फॉर द रिएक्शन बिटवीन कंसंट्रेटेड सल्फ्यूरिक एसिड एंड कॉपर आपके पास दी हुई है, इट फॉर्म्स कॉपर सल्फेट एंड हाइड्रोजन। राइट बेटा, आड़ा पार्ट है ਕੀ ਹੁੰਦਾ ਦੇ ਵਿੱਚ ਤੁਹਾਡੇ ਕੋਲ ਕੀ ਹੁੰਦਾ ਹੈ ਜਦੋਂ ਲੋਹੇ ਦੀ ਕਿੱਲ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ। ਆਪਾਂ ਲੋਹੇ ਦੀ ਕਿੱਲ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਰੱਖਤਾ। ਠੀਕ ਹੈ, ਇੱਕ ਐਕਸਪੈਰੀਮੈਂਟ ਵੀ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਜਾਂਦਾ ਹੈਗਾ ਤੇ ਇਹਦੇ ਨਾਲ ਸੰਬੰਧਿਤ ਪ੍ਰਤੀਕਿਰਿਆ ਵੀ ਆਪਾਂ ਨੇ ਦੇਣੀਆਂ ਨੇ ਸਮੀਕਰਨ ਦੇ ਰੂਪ ਵਿੱਚ। ਲੋਹਾ ਕਾਪਰ ਸਲਫੇਟ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਆਪਾਂ ਨੂੰ ਪਤਾ ਹੈ ਵੀ ਲੋਹਾ ਜਿਹੜਾ ਹੈਗਾ ਕਾਪਰ ਸਲਫੇਟ ਨਾਲੋਂ ਵੱਧ ਕਿਰਿਆਸ਼ੀਲ ਹੈ।
इस करके ਜਿਹੜਾ ਲੋਹਾ ਹੈਗਾ, ਲੋਹੇ ਦੀ ਜਿਹੜੀ ਕਿੱਲ ਹੈ ਉਹ ਕਾਪਰ ਸਲਫੇਟ ਦੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਸਕਦੀ ਹੈ। ਪਹਿਲਾਂ ਜਦੋਂ ਆਪਾਂ ਗੱਲ ਕੀਤੀ ਸੀ ਜ਼ਿੰਕ ਨਾਲ ਗੱਲ ਕੀਤੀ ਸੀ ਵੀ ਜ਼ਿੰਕ ਨੂੰ ਜਿਹੜਾ ਹੈਗਾ ਕਾਪਰ ਵਿਸਥਾਪਿਤ ਨਹੀਂ ਕਰ ਸਕਦਾ, ਕਿਉਂਕਿ ਕਾਪਰ ਕੀ ਸੀਗਾ, ਘੱਟ ਕਿਰਿਆਸ਼ੀਲ ਸੀ। ਪਰ ਇਸ ਕੇਸ ਦੇ ਵਿੱਚ ਕੀ ਹੈਗਾ ਕਿ ਕਾਪਰ ਸਲਫੇਟ ਦੇ ਘੋਲ ਵਿੱਚੋਂ ਆਪਾਂ ਕਾਪਰ ਨੂੰ ਵਿਸਥਾਪਿਤ ਕਰਨਾ ਹੈ ਤੇ ਲੋਹਾ ਜਿਹੜਾ ਹੈਗਾ ਕਾਪਰ ਦੇ ਨਾਲੋਂ ਵੱਧ ਕਿਰਿਆਸ਼ੀਲ ਹੈ, ਇਸ ਕਰਕੇ ਲੋਹਾ ਕੀ ਕਰੂਗਾ, ਕਾਪਰ ਸਲਫੇਟ ਦੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦੂਗਾ। ਠੀਕ ਹੈ, ਜਦੋਂ ਆਪਾਂ ਲੋਹੇ ਦੀ ਕਿੱਲ ਕਾਪਰ ਸਲਫੇਟ ਦੇ ਘੋਲ ਵਿੱਚ ਪਾਉਂਦੇ ਆ ਤਾਂ ਲੋਹਾ ਕਾਪਰ ਸਲਫੇਟ ਨੂੰ ਕੀ ਕਰਦਾ ਹੈ, ਕਾਪਰ ਸਲਫੇਟ ਦੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ ਤੇ ਜਿਹੜਾ ਤੁਹਾਡੇ ਕੋਲ ਆਇਰਨ ਸਲਫੇਟ, ਉਹਦੇ ਨਾਲ ਕੀ ਬਣ ਜਾਊਗਾ ਆਪਣੇ ਕੋਲ ਲੋਹੇ ਦਾ ਸਲਫੇਟ, ਜਿਹਨੂੰ ਅਸੀਂ ਆਇਰਨ ਸਲਫੇਟ ਕਹਿੰਦੇ ਹੈਗੇ, ਆਇਰਨ ਸਲਫੇਟ ਅਤੇ ਕਾਪਰ ਬਣਦਾ ਹੈ। ਠੀਕ ਹੈ, ਆਪਣੇ ਕੋਲ ਕੀ ਬਣ ਗਿਆ, ਆਇਰਨ ਸਲਫੇਟ ਤੇ ਕਾਪਰ। ਇਹ ਕਾਪਰ ਲੋਹੇ ਦੀ ਕਿੱਲ ਤੇ ਜੰਮਣਾ ਲੱਗ ਜਾਂਦਾ ਹੈ ਤੇ ਜਿਹੜਾ ਤੁਹਾਨੂੰ ਕਾਪਰ ਹੈ ਫਿਰ ਲੋਹੇ ਦੀ ਕਿੱਲ ਉੱਤੇ ਜੰਮਿਆ ਦਿਖੂਗਾ। ਲੋਹਾ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ, ਇਸ ਲਈ ਲੋਹੇ ਦੀ ਕਿੱਲ ਕਾਪਰ ਸਲਫੇਟ ਦੇ ਘੋਲ ਵਿੱਚ ਪਾਉਣ ਨਾਲ ਲੋਹਾ ਕਾਪਰ ਸਲਫੇਟ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਦਾ ਹੈ। ਵੱਧ ਕਿਰਿਆਸ਼ੀਲ ਹੋਣ ਕਰਕੇ ਉਹਨੇ ਕੀ ਕਰਤਾ, ਲੋਹੇ ਨੇ ਕਾਪਰ ਨੂੰ ਵਿਸਥਾਪਿਤ ਕਰਤਾ ਅਤੇ ਆਇਰਨ ਸਲਫੇਟ, ਲੋਹਾ ਦਾ ਸਲਫੇਟ ਤੇ ਕਾਪਰ ਬਣ ਜਾਂਦਾ ਹੈ। ਜਿਹੜਾ ਕਾਪਰ ਬਣਿਆ ਉਹ ਕੀ ਹੈਗਾ ਆਪਣੇ ਕੋਲ, ਜਿਹੜਾ ਕਾਪਰ ਆਪਣੇ ਕੋਲ ਫਾਰਮ ਹੋਇਆ ਇਹ ਕਾਪਰ ਲੋਹੇ ਦੀ ਕਿੱਲ ਉੱਤੇ ਜੰਮਣ ਲੱਗ ਜਾਂਦਾ ਹੈ। ਠੀਕ ਹੈ ਬੇਟਾ, ਰਿਐਕਸ਼ਨ ਦਿੱਤੀ ਹੋਈ ਹੈਗੀ ਤੁਹਾਡੇ ਕੋਲ, ਆਇਰਨ ਲੋਹਾ ਜਿਹੜਾ ਹੈਗਾ ਕਾਪਰ ਸਲਫੇਟ ਦੇ ਨਾਲ ਕਿਰਿਆ ਕਰਾਈ ਤਾਂ ਤੁਹਾਡੇ ਕੋਲ ਕੀ ਹੈ, ਆਇਰਨ ਸਲਫੇਟ ਬਣ ਗਿਆ ਤੇ ਪਲੱਸ ਤੁਹਾਡੇ ਕੋਲ ਜਿਹੜਾ ਹੈਗਾ ਕਾਪਰ ਫਾਰਮ ਹੋ ਗਿਆ। ਫॉर ਇੰਗਲਿਸ਼ ਮੀਡੀਅਮ, iron nails are placed in copper sulfate solution, iron nail ਨੂੰ copper sulfate solution ਚ ਰੱਖਦੇ ਆ। right word equations of the reactions involved, हमारी जो reaction है वो भी हम लोगों ने साथ में दी है। iron being more reactive displaces copper from copper sulfate, in this reaction the blue color of copper sulfate fades and there is a deposition of copper on the iron nail, right। हमारा जो आयरन है ये हमारा कॉपर से ज्यादा रिएक्टिव है, जिसकी वजह से आयरन क्या करेगा, कॉपर सल्फेट में से कॉपर को डिस्प्लेस कर देगा, जिसकी वजह से क्या है, हमारा कॉपर सल्फेट का जो ब्लू कलर है वो फेड होना शुरू हो जाएगा और हमारा जो कॉपर फॉर्म हुआ है वो आयरन की नील के ऊपर डिपॉजिट होना शुरू हो जाएगा। रिएक्शन में देखो हमारे पास आयरन है, आयरन कॉपर सल्फेट के साथ रिएक्ट किया तो आयरन क्या है, ज्यादा रिएक्टिव होने की वजह से कॉपर को डिस्प्लेस कर देगा तो आयरन का सल्फेट बन जाएगा और साथ में जो आपका कॉपर है वो आयरन नील के ऊपर डिपॉजिट हो जाएगा। ओके मेरा नेक्स्ट क्वेश्चन, ਸਲੋਨੀ ਨੇ ਲੱਕੜੀ ਦੇ ਕੋਲੇ ਦਾ ਇੱਕ ਜਲਦਾ ਹੋਇਆ ਟੁਕੜਾ ਲਿਆ ਅਤੇ ਉਸ ਤੋਂ ਪੈਦਾ ਹੋਣ ਵਾਲੀ ਗੈਸ ਨੂੰ ਇੱਕ ਪਰਖ ਨਲੀ ਵਿੱਚ ਇਕੱਠਾ ਕੀਤਾ। ਇਹ ਗੈਸ ਦਾ ਸੁਭਾਅ ਨੂੰ ਕੀ ਪਰਖੇਗੀ। ਠੀਕ ਹੈ, ਆਪਾਂ ਨੇ ਗੈਸ ਦੇ ਸੁਭਾਅ ਦੇਖਣਾ ਵੀ ਨੇਚਰ ਕਿਹੋ ਜਿਹੀ ਹੈ। ਇਸ ਪ੍ਰਕਰਮ ਵਿੱਚ ਹੋਣ ਵਾਲੀਆਂ ਸਾਰੀ ਪ੍ਰਤੀਕਿਰਿਆਵਾਂ ਦੇ ਸ਼ਬਦ ਸੈਮੀਕਰਨ ਲਿਖੋ ਤੇ ਨਾਲ ਨਾਲ ਆਪਾਂ ਜਿਹੜੀ ਇਹਦੇ ਵਿੱਚ ਕੈਮੀਕਲ ਰਿਐਕਸ਼ਨ ਹੋਈ ਹੈ ਉਹ ਵੀ ਦੇਖਣੀ। ਸਭ ਤੋਂ ਪਹਿਲਾਂ ਕੀ ਹੈਗਾ ਕਿ ਇਹ ਗੈਸ ਦਾ ਸੁਭਾਅ ਕਿਵੇਂ ਪਰਖੇਗੀ। ਕਿਹੜੀ ਰਿਐਕਸ਼ਨ ਉਹਨੇ ਕੀਤੀ ਹੈ, ਪਰਖ ਨਲੀ ਜਿਸ ਵਿੱਚ ਗੈਸ ਹੈ ਉਸ ਵਿੱਚ ਪਾਣੀ ਪਾਵੇਗੀ, ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਸ ਨੂੰ ਨੀਲੇ ਲਿਟਮਸ ਪੇਪਰ ਨਾਲ ਟੈਸਟ ਕਰਨ ਤੇ ਇਹ ਲਾਲ ਹੋ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਗੈਸ ਦਾ ਸੁਭਾਅ ਤੇਜ਼ਾਬੀ ਹੈ। ਠੀਕ ਹੈ, ਉਹਨੇ ਕੀ ਕੀਤਾ, ਜਿਹੜੀ ਵੀ ਆਪਣੇ ਕੋਲ ਗੈਸ ਇਕੱਠੀ ਹੋਈ ਹੈ ਉਹਦਾ ਇੱਕ ਸੋਲੂਸ਼ਨ ਬਣਾ ਲਿਆ, ਘੋਲ ਬਣਾ ਲਿਆ। ਕਿਵੇਂ ਬਣਾਇਆ, ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਬਣਾਇਆ। ਫਿਰ ਉਹਨੇ ਨੀਲਾ ਲਿਟਮਸ ਪੇਪਰ ਉਹਦੇ ਨਾਲ ਪਾ ਕੇ ਦੇਖਿਆ ਤਾਂ ਨੀਲੇ ਲਿਟਮਸ ਪੇਪਰ ਦੇ ਨਾਲ ਜਦੋਂ ਪਾ ਕੇ ਦੇਖਿਆ ਤਾਂ ਨੀਲਾ ਲਿਟਮਸ ਪੇਪਰ ਲਾਲ ਹੋ ਗਿਆ। ਠੀਕ ਹੈ, ਨੀਲੇ ਦਾ ਲਾਲ ਹੋਣਾ ਇਹਦਾ ਮਤਲਬ ਤੁਹਾਡੇ ਕੋਲ ਜਿਹੜੀ ਉਹ ਗੈਸ ਸੀ ਉਹ ਕਿਸੇ ਤੇਜ਼ਾਬੀ ਦੀ ਸੀ, ਪਰ ਜੇ ਤੁਸੀਂ ਉਹਤੇ ਲਾਲ ਪਾ ਕੇ ਦੇਖੋਗੇ ਤਾਂ ਲਾਲ ਦੇ ਨਾਲ ਕੋਈ ਚੇਂਜ ਨਹੀਂ ਆਊਗੀ। ਠੀਕ ਹੈ ਬੇਟਾ, ਹੋਰ ਇਹਨੇ ਕੀ ਦੱਸ ਕੇ ਹੈਗਾ, ਆਪਾਂ ਨੇ ਇਹਦਾ ਜਿਹੜਾ ਹੈਗਾ ਵੀ ਇਹਦੀ ਸਮੀਕਰਨ ਕੀ ਬਣੂਗੀ, ਰਿਐਕਸ਼ਨ ਜਿਹੜੀ ਕੀ ਹੋਊਗੀ। ਲੱਕੜੀ ਦਾ ਕੋਲਾ ਆਕਸੀਜਨ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਗੈਸ ਬਣਾਉਂਦਾ ਹੈਗਾ। ਨੀਚੇ ਦੇਖੋ ਆਪਾਂ ਨੂੰ ਰਿਐਕਸ਼ਨ ਦਿੱਤੀ ਹੋਈ ਕਾਰਬਨ ਹੈ, ਜਿਹੜੀ ਲੱਕੜੀ ਦੇ ਕੋਲਾ ਜਿਹੜਾ ਹੈ ਕਾਰਬਨ ਹੁੰਦਾ, ਕਾਰਬਨ ਦੀ ਜਦੋਂ ਆਕਸੀਜਨ ਦੇ ਨਾਲ ਕਿਰਿਆ ਕੀਤੀ ਤਾਂ ਆਪਣੇ ਕੋਲ ਕੀ ਬਣਦੀ ਹੈ, ਕਾਰਬਨ ਡਾਈਆਕਸਾਈਡ। ਸੀ ਕਾਰਬਨ ਆਕਸੀਜਨ O2 ਦੀ ਫਾਰਮ ਦੇ ਵਿੱਚ ਜਦੋਂ ਰਿਐਕਟ ਕੀਤੀ ਤਾਂ ਤੁਹਾਡੇ ਕੋਲ CO2 ਬਣਿਆ, ਜਿਹੜੀ ਕਿ ਆਪਣੀ ਕਾਰਬਨ ਡਾਈਆਕਸਾਈਡ ਗੈਸ ਹੈਗੀ। ਸੈਮੀਕਰਨ ਤੁਹਾਡੇ ਕੋਲ ਦਿੱਤੀ ਹੋਈ ਹੈਗੀ, ਇਹਨੂੰ ਨੋਟ ਕਰ ਲਿਆ ਕਰੋ ਬੇਟਾ। Students, question 10 for English medium. Saloni took a piece of burning charcoal and collected the gas evolved in a test tube. How will she find the nature of the gas? Write down the word equation of all the reactions taking place in this process. ठीक है, सलोनी ने एक चारकोल का पीस लिया। ठीक है, उस चारकोल के पीस को जब उसने क्या किया, जलाया तो एक गैस निकली। जो गैस निकली उसने टेस्ट ट्यूब में कलेक्ट कर ली। अब वो टेस्ट ट्यूब में देखना चाहती है कि ये गैस निकली है वो किस नेचर की है, एसिडिक है आइदर बेसिक है। ठीक है, कैसे उसको टेस्ट करेगी और फिर हमने इसकी क्वेश्चन लिखनी है।
टेस्ट करने के लिए क्या करेगी, इन अ टेस्ट ट्यूब कंटेनिंग गैस एड अ फ्यू ड्रॉप्स ऑफ वाटर, नाउ कवर द टेस्ट ट्यूब एंड शेक वेल, आफ्टर शेकिंग test the solution with blue litmus, it will change from blue to red, thus the gas is acidic in nature। बेटा क्या है कि अब उसने जो गैस कलेक्ट की है उसमें वो फ्यू ड्रॉप्स वाटर की डालकर एक सोल्यूशन बना लेगी, अच्छे से उसको शेक करेगी तो उसको वो एक सोल्यूशन बन जाएगा। अब उस सोल्यूशन को ब्लू लिटमस के साथ टेस्ट करेगी, जब उसने उसको ब्लू लिटमस के साथ टेस्ट किया तो वो ब्लू जो था रेड में चेंज हो गया। तो ब्लू लिटमस अगर रेड में चेंज हो जाता है तो हमें बताता है वो एसिडिक नेचर। तो इट मीन्स कि आपकी जो गैस है दैट इज एसिडिक इन नेचर। अगर रेड लिटमस के साथ टेस्ट करेंगे तो वो कोई चेंज नहीं आएगी, राइट। अब इसके लिए जो हम रिएक्शन की बात करें, चारकोल रिएक्ट्स विद ऑक्सीजन टू फॉर्म कार्बन डाइऑक्साइड। चारकोल जो है कार्बन है, कार्बन ऑक्सीजन के साथ रिएक्ट किया, लुक एट द रिएक्शन, कार्बन, कार्बन फ्रॉम चारकोल, राइट। जब हमने उसको ऑक्सीजन के साथ रिएक्ट किया इट फॉर्म्स कार्बन डाइऑक्साइड एंड दिस कार्बन डाइऑक्साइड इज एसिडिक इन नेचर, फाइन। बेटा अपना नेक्स्ट क्वेश्चन 11th क्वेश्चन की है, ਇੱਕ ਦਿਨ ਰੀਟਾ ਆਪਣੀ ਮਾਂ ਦੇ ਨਾਲ ਸੁਨਹਿਰੇ ਦੀ ਦੁਕਾਨ ਤੇ ਗਈ। ਉਸ ਦੀ ਮਾਂ ਨੇ ਸੁਨਹਿਰੇ ਨੂੰ ਪਾਲਿਸ਼ ਕਰਨ ਲਈ ਸੋਨੇ ਦੇ ਗਹਿਣੇ ਦਿੱਤੇ। ਅਗਲੇ ਦਿਨ ਜਦੋਂ ਉਹ ਗਹਿਣੇ ਵਾਪਸ ਲਿਆਈ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਭਾਰ ਕੁਝ ਘੱਟ ਹੋ ਗਿਆ। ਕਹਿੰਦੇ ਪਾਲਿਸ਼ ਕਰਨ ਲਈ ਦਿੱਤੇ ਸੀ, ਜਦੋਂ ਲਿਆ ਕੇ ਉਹਨਾਂ ਨੇ ਦੇਖਿਆ ਤੇ ਵੇਟ ਤਾਂ ਉਹਨਾਂ ਨੂੰ ਲੱਗਿਆ ਵੀ ਇਹਦਾ ਜਿਹੜਾ ਵੇਟ ਹੈਗਾ, ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਵੇਟ ਹੈ ਉਹਦਾ ਭਾਰ ਹੈ ਉਹ ਕੀ ਹੈ, ਘਟ ਗਿਆ ਹੈਗਾ। ਉਹ ਭਾਰ ਘਟਣ ਦਾ ਕਾਰਨ ਕੀ ਸੀਗਾ? ਸੋਨੇ ਨੂੰ ਪਾਲਿਸ਼ ਕਰਨ ਲਈ ਸੋਨੇ ਦੇ ਗਹਿਣੇ ਹਾਈਡਰੋਕਲੋਰਿਕ ਤੇਜ਼ਾਬ ਅਤੇ ਨਾਈਟ੍ਰਿਕ ਤੇਜ਼ਾਬ ਦੇ ਘੋਲ ਵਿੱਚ ਪਾਇਆ ਜਾਂਦਾ ਹੈ। ਇਸ ਘੋਲ ਵਿੱਚ ਪਾਉਣ ਤੇ ਸੋਨੇ ਦੀ ਬਾਹਰਲੀ ਪਰਤ ਇਸ ਵਿੱਚੋਂ ਘੁਲ ਜਾਂਦੀ ਹੈ ਅਤੇ ਗਹਿਣੇ ਚਮਕਣ ਲੱਗ ਜਾਂਦੇ ਹਨ। ਬਾਹਰਲੀ ਪਰਤ ਘੁਲਣ ਕਾਰਨ ਸੋਨੇ ਦਾ ਭਾਰ ਘਟ ਜਾਂਦਾ ਹੈ। ਦੇਖੋ ਸੋਨੇ ਦੀ ਪਾਲਿਸ਼ ਕੀ ਹੈ ਵੀ ਉਹਦੇ ਉੱਤੇ ਜਿਹੜੀ ਕੋਈ ਵੀ ਚੀਜ਼ ਪਰਤ ਚੜੀ ਹੋਈ ਹੈ ਉਹਨੂੰ ਉਤਾਰ ਦਿੰਦੇ ਨੇ, ਠੀਕ ਹੈ। ਹੁਣ ਕਹਿੰਦੇ ਕਿ ਇਹ ਸੋਨੇ ਨੂੰ ਪਾਲਿਸ਼ ਕਰਨ ਦੇ ਲਈ ਗਹਿਣਿਆਂ ਨੂੰ ਹਾਈਡਰੋਕਲੋਰਿਕ ਤੇਜ਼ਾਬ, ਹਾਈਡਰੋਕਲੋਰਿਕ HCl ਤੇ ਨਾਈਟ੍ਰਿਕ ਤੇਜ਼ਾਬ HNO3, ਠੀਕ ਹੈ, ਹਾਈਡਰੋਕਲੋਰਿਕ ਤੇ ਨਾਈਟ੍ਰਿਕ ਤੇਜ਼ਾਬ ਦੇ ਘੋਲ ਦੇ ਵਿੱਚ ਪਾਇਆ ਜਾਂਦਾ ਹੈ। ਜਦੋਂ ਉਹਨੂੰ ਉਹਦੇ ਵਿੱਚ ਪਾਉਂਦੇ ਤਾਂ ਉਹਦੀ ਉੱਤਲੀ ਪਰਤ ਘੁਲ ਜਾਂਦੀ ਹੈ। ਸੋਨੇ ਦੀ ਉੱਤਲੀ ਪਰਤ ਜਦੋਂ ਘੁਲ ਗਈ ਤਾਂ ਉਹਦਾ ਤੁਹਾਨੂੰ ਪਤਾ ਹੀ ਹੈ ਕੁਦਰਤੀ ਤੌਰ ਤੇ ਫਿਰ ਉਹਦਾ ਜਿਹੜਾ ਭਾਰ ਹੈ ਉਹ ਘਟ ਜੂਗਾ, ਠੀਕ ਹੈ। ਉੱਤਲੀ ਇੱਕ ਪਰਤ ਘਟ ਗਈ ਤਾਂ ਉਹਦੇ ਨਾਲ ਉਹਦਾ ਜਿਹੜਾ ਭਾਰ ਹੈਗਾ ਉਹ ਘਟ ਜਾਂਦਾ, ਇਸ ਕਰਕੇ ਉਹਨਾਂ ਨੂੰ ਉਹਦਾ ਭਾਰ ਘਟ ਲੱਗ ਰਿਹਾ ਹੈਗਾ। ਤੇਜ਼ਾਬ ਨੇ ਜਿਹੜੀ ਉਤਲੀ ਪਰਤ ਹੈ ਉਹਨੂੰ ਖੋਰਤਾ ਸੀਗਾ, ਠੀਕ ਹੈ। ਹਾਂਜੀ ਬੇਟਾ for English medium 11th question, one day Rita went to a jeweler's shop with her mother. Her mother gave old gold jewelry to the goldsmith to polish. Next day when they brought the jewelry back they found that there was a slight loss in its weight. Can you suggest a reason for the loss in the weight? क्या है इसका मीनिंग कि रीटा अपनी मदर के साथ कहाँ पे जाती है, ज्वेलर की शॉप पे जाती है अपनी मदर की जो पुरानी ज्वेलरी है उसको पॉलिश करने के लिए, देने के लिए, ठीक है। जब वो ज्वेलरी वापस ली तो क्या देखा कि उसकी ज्वेलरी का जो वेट है वो थोड़ा सा कम हो गया। क्या कारण हो सकता है वेट कम होने का, ठीक है। बेटा आंसर देखो, इन ऑर्डर इसमें बेसिकली क्या है कि जब गोल्ड की ज्वेलरी को पॉलिश किया जाता है तो इसको एक सोल्यूशन में, एक लिक्विड सोल्यूशन में डिप किया जाता है। कौन सा लिक्विड सोल्यूशन? एक्वारीजा। एक्वारीजा बेसिकली क्या है, दो स्ट्रॉन्ग एसिड का मिक्सचर है, ठीक है। कौन कौन से? हमारा हाइड्रोक्लोरिक एसिड एंड नाइट्रिक एसिड का, ठीक है। एक्वारीजा में जब हम डिप करते हैं गोल्ड की ज्वेलरी को तो उसकी जो आउटर लेयर है वो उस सोल्यूशन के अंदर डिसॉल्व हो जाती है और जो अंदर की शाइनिंग लेयर है वो बाहर आ जाती है, जिसकी वजह से गोल्ड की जो पुरानी ज्वेलरी है दोबारा से शाइन करने लग जाती है। अब जब एक लेयर जो है वो डिसॉल्व होगी उसकी वजह से जो वेट है ज्वेलरी का वो कम हो जाएगा। In order to polish the gold ornament, it is to be dipped into a liquid called aquariza. Aquariza क्या है कि गोल्ड की ऑर्नामेंट को हम लोग क्या है पॉलिश करने के लिए एक्वारीजा में डिप किया, हाइड्रोक्लोरिक एसिड के और नाइट्रिक एसिड के सोल्यूशन के अंदर। जब कहता क्या है हम लोगों ने उसको on getting dissolved in the environment of aquariza, the outer layer of gold dissolves and an inner shining layer appears, ठीक है। जब उसकी आउटर लेयर है डिसॉल्व हो जाती है, जो पुरानी लेयर है वो डिसॉल्व हो जाती है और जो चमकदार शाइनी लेयर है वो अपीयर हो जाती है। द डिसॉल्विंग ऑफ द लेयर कॉज अ रिडक्शन इन द वेट ऑफ द ज्वेलरी। जो लेयर डिसॉल्व होगी उसकी वजह से वेट कम हो गया, फाइन। Thank you students and good luck. Hope you liked the lecture. Thank you so much. Take care.